प्यारे दर्शकों, जय मसीह दी। दिशा परिवर्तन के साडे अज के प्रोग्राम के विच तुहाडा सबना का बहुत बहुत स्वागत है। उम्मीद करते हैं कि तुसी सारे राजी खुशी होवोगे अते परमेश्वर के वचनों का आनंद मान रहे होवोगे। असी परमेश्वर पिता के धन्नवादी हाँ कि उन्होंने सानू एक बार फिर तो तुहाडे नाल रूबरू होने का मौका दिता है अते असी एक बार फिर तो तुहाडे विच परमेश्वर के वचन नूं लैके आए हैं। दोस्तों, असी दानियल नबी की पुस्तक का अध्ययन करते आ रहे हैं। असी अपने पिछले प्रोग्राम के विच सीखिया सी कि प्रभु यीशु जी इस धरती के उत्ते राज करन जा रहे हैं। असी जाणिया कि इस धरती की पातशाहियां की सर्वोच्चता प्रभु यीशु के अधीन होने जा रही है। असी जाणिया कि प्रभु यीशु जी का हमेशा का राज होवेगा। साडे अज दे प्रोग्राम दे विच असी दानियल नबी की पुस्तक के तीसरे अध्याय के उत्ते अध्ययन कर रहे हैं। इस प्रोग्राम की रूपरेखा इस प्रकार है। समर्पित समारोह, हुक्म का निकलना, चलाक साजिश, परतख विरोध। दोस्तों, आओ अपने प्रोग्राम नूं छेती नाल शुरू करते हैं। इस तो पहला कि असी अपने प्रोग्राम नूं शुरू करिए, आओ अपने मनां नूं परमेश्वर के वचन के लिए तैयार करिए। इस दे लई सुनते हाँ ये मसीही भजन।
ਮੇਰੀਆਂ ਤਾਂ ਦਿਲੋਂ ਦਵਾਵਾਂ ਨੇ, ਮੇਰਾ ਮੁਖ ਮਸੀਹ ਦੇ ਵੱਲ ਹੋਵੇ। ਮੇਰੀਆਂ ਤਾਂ ਦਿਲੋਂ ਦਵਾਵਾਂ ਨੇ, ਮੇਰਾ ਮੁਖ ਮਸੀਹ ਦੇ ਵੱਲ ਹੋਵੇ। ਫਿਰ ਅਜ਼ਮਾਇਸ਼ਾਂ ਦੇ ਪਰਬਤ ਤੇ, ਫਿਰ ਅਜ਼ਮਾਇਸ਼ਾਂ ਦੇ ਪਰਬਤ ਤੇ ਕੋਈ ਵਿਰਲਾ ਕਦਮ ਟਿਕਾਵੇਗਾ। ਜਦ ਆਈਆਂ ਘੜੀਆਂ ਪਰਖਦੀਆਂ, ਆਈਆਂ ਘੜੀਆਂ ਪਰਖਦੀਆਂ, ਈਮਾਨ ਪਰਖਿਆ ਜਾਵੇਗਾ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਸਮਰਪਣ ਸਮਾਰੋਹ, ਦਾਨੀਏਲ ਨਬੀ ਦੀ ਪੁਸਤਕ 3 ਅਧਿਆਏ 1 ਵਚਨ ਤੋਂ ਲੈ ਕੇ 18 ਵਚਨਾਂ ਤੱਕ। ਨੰਬਰ 2, ਹੁਕਮ ਦਾ ਨਿਕਲਣਾ, 3 ਅਧਿਆਏ 4 ਵਚਨ ਤੋਂ ਲੈ ਕੇ 7 ਵਚਨਾਂ ਤੱਕ। ਨੰਬਰ 3, ਚਾਲਕ ਸਾਜ਼ਿਸ਼, 3 ਅਧਿਆਏ 8 ਵਚਨ ਤੋਂ ਲੈ ਕੇ 12 ਵਚਨ ਤੱਕ। ਨੰਬਰ 4, ਪ੍ਰਤੱਖ ਵਿਰੋਧ, 3 ਅਧਿਆਏ 13 ਵਚਨ ਤੋਂ ਲੈ ਕੇ 18 ਵਚਨਾਂ ਤੱਕ। ਭਾਗ ਊੜਾ ਮੌਕਾ, ਭਾਗ ਐੜਾ ਹੁਕਮ, ਭਾਗ ਈੜੀ ਵਿਰੋਧਤਾ, ਭਾਗ ਸੱਸਾ ਹੌਸਲਾ। ਜੇਕਰ ਮੈਨੂੰ ਆਪ ਪੁੱਛੋ ਕਿ ਸਾਡੀ ਪੀੜ੍ਹੀ ਦੀ ਸਭ ਤੋਂ ਮਹਾਨ ਜ਼ਰੂਰਤ ਕਿਹੜੀ ਹੈ, ਤਦ ਮੈਨੂੰ ਜ਼ਰੂਰਤ ਦੇ ਬਾਰੇ ਜ਼ਿਆਦਾ ਲੰਬਾ ਨਹੀਂ ਸੋਚਣਾ ਪੈਣਾ। ਭਾਵੇਂ ਇਸ ਦੇ ਬਾਰੇ ਮੈਨੂੰ ਸੋਚਣਾ ਪਵੇ ਕਿ ਇਸ ਨੂੰ ਕਿਵੇਂ ਜ਼ਾਹਿਰ ਕਰਾਂ। ਮੈਂ ਸੋਚਦਾ ਹਾਂ ਕਿ ਇਹ ਜ਼ਰੂਰਤ ਇਹ ਹੈ, ਭਾਵੇਂ ਆਪ ਕਿਸੇ ਵੀ ਅਦਾਰੇ ਨੂੰ ਸੁਣੋ, ਭਾਵੇਂ ਇਹ ਰਾਜਨੀਤਿਕ ਅਦਾਰਾ, ਕਲੀਸਿਆ ਸੇਵਾ ਦਾ ਅਦਾਰਾ, ਕਲੀਸਿਆ ਵਿਦਿਆ ਨਾਲ ਸੰਬੰਧਿਤ ਅਦਾਰਾ, ਭਾਵੇਂ ਇਹ ਖੇਡਾਂ ਦਾ ਅਦਾਰਾ ਹੋਵੇ, ਜੋ ਕੁਝ ਵੀ ਆਪ ਸੁਣੋ, ਸਾਡੀ ਇਹ ਵੀ ਇੱਕ ਸਭ ਤੋਂ ਵੱਡੀ ਜ਼ਰੂਰਤ ਹੈ। ਅਤੇ ਉਹ ਜ਼ਰੂਰਤ ਹੈ ਇਹੋ ਹੀ ਜਿਹੇ ਮਨੁੱਖ ਅਤੇ ਔਰਤਾਂ ਜੋ ਕਿ ਉਹਨਾਂ ਦੇ ਉਦੇਸ਼ ਦੇ ਦੁਆਰਾ ਕਾਇਲ ਕੀਤੇ ਗਏ ਹੋਣ ਅਤੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਅੰਦਰੂਨੀ ਤੌਰ ਤੇ ਲਈਆਂ ਜਾਂਦੀਆਂ ਹਨ, ਨਾ ਕਿ ਉਹਨਾਂ ਦੇ ਜ਼ਮਾਨੇ ਦੇ ਹਾਲਾਤਾਂ ਦੇ ਦੁਆਰਾ। ਇਹੋ ਜਿਹੇ ਲੋਕਾਂ ਨੂੰ ਪਾਉਣਾ ਬਹੁਤ ਕਠਿਨ ਹੁੰਦਾ ਹੈ। ਮੈਂ ਨਹੀਂ ਜਾਣਦਾ ਜੇਕਰ ਆਪਨੇ ਇਸ ਦੇ ਉੱਤੇ ਗੌਰ ਕੀਤਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਅੱਜ ਕੱਲ੍ਹ ਹਰੇਕ ਚਾਰੇ ਪਾਸੇ ਪਾਇਆ ਜਾਂਦਾ ਹੈ। ਜਦੋਂ ਉਹ ਇੱਕ ਖਾਸ ਕਿਸਮ ਦੇ ਲੋਕਾਂ ਦੇ ਟੋਲੇ ਵਿੱਚ ਹੁੰਦੇ ਹਨ, ਤਦ ਉਹ ਇੱਕ ਤਰ੍ਹਾਂ ਦੇ ਹੁੰਦੇ ਹਨ, ਪਰ ਆਪ ਉਹਨਾਂ ਨੂੰ ਉਸ ਤੋਂ ਬਾਹਰ ਕਰੋ ਅਤੇ ਉਹਨਾਂ ਨੂੰ ਇੱਕ ਹੋਰ ਅਦਾਰੇ ਵਿੱਚ ਰੱਖੋ, ਤਦ ਉਹ ਕਹਾਵਤ ਵਾਲੀ ਗਿਰਗਟ ਦੀ ਤਰ੍ਹਾਂ ਬਦਲ ਜਾਂਦੇ ਹਨ। ਇਹ ਤਾਂ ਇੱਕ ਬਹੁਤ ਘੱਟ ਇਹੋ ਜਿਹੇ ਮਨੁੱਖ ਹੁੰਦੇ ਹਨ ਜੋ ਕਿ ਪੂਰੀ ਤਰ੍ਹਾਂ ਉਹੀ ਰਹਿੰਦੇ ਹਨ, ਭਾਵੇਂ ਉਹ ਕਿਧਰੇ ਵੀ ਹੋਣ, ਜਿਨ੍ਹਾਂ ਦੀਆਂ ਸਿਰਫ ਨੀਤੀਆਂ ਅਤੇ ਸਿਰਫ ਨੇਚਾਂ ਇੰਨੀਆਂ ਗਹਿਰਾਈਆਂ ਅਤੇ ਇੰਨੀਆਂ ਮਜ਼ਬੂਤ ਹੁੰਦੀਆਂ ਹਨ ਕਿ ਕੋਈ ਫਰਕ ਨਹੀਂ ਪੈਂਦਾ। ਉਹ ਕਿੱਧਰ ਵੀ ਹੋਣ ਅਤੇ ਕੋਈ ਵੀ ਫਰਕ ਨਹੀਂ ਪੈਂਦਾ ਕਿ ਉਹ ਕਿਹੋ ਜਿਹੀ ਸਥਿਤੀ ਦੇ ਵਿੱਚ ਵੀ ਹੋਣ, ਉਹ ਤਾਂ ਠੀਕ ਉਹੀ ਹੀ ਰਹਿੰਦੇ ਹਨ। ਆਪ ਉਹਨਾਂ ਉੱਤੇ ਭਰੋਸਾ ਕਰ ਸਕਦੇ ਹੋ ਅਤੇ ਆਪ ਨਿਸ਼ਚਿੰਤ ਹੋ ਸਕਦੇ ਹੋ ਕਿ ਜੇਕਰ ਆਪ ਉਹਨਾਂ ਨੂੰ ਕਿਸੇ ਵਿਰੋਧਤਾ ਵਾਲੇ ਸਥਾਨ ਵਿੱਚ ਵੀ ਲੈ ਜਾਵੋ, ਤਦ ਉਹ ਠੀਕ ਉਸੇ ਹੀ ਤਰ੍ਹਾਂ ਦੇ ਹੋਣਗੇ ਜਦੋਂ ਆਪ ਦੇ ਨਾਲ ਇੱਕ ਵਿਅਕਤੀਗਤ ਸਥਿਤੀ ਵਿੱਚ ਹੋਣ। ਮੈਂ ਇਸ ਤੋਂ ਵੱਧ ਹੋਰ ਨਿਰਾਸ਼ ਕਰਨ ਬਾਰੇ ਨਹੀਂ ਜਾਣਦਾ, ਸਿਵਾਏ ਇਸ ਦੇ ਕਿ ਉਹਨਾਂ ਲੋਕਾਂ ਦੇ ਨਾਲ ਨਿਪਟਣਾ ਜੋ ਉਹਨਾਂ ਦੇ ਸਾਥ ਦੇ ਉਧਾਰ ਉੱਤੇ ਬਦਲ ਜਾਂਦੇ ਹਨ। ਮੈਂ ਤੁਹਾਨੂੰ ਇਹ ਦੱਸਣ ਦੀ ਖੁਆਇਸ਼ ਰੱਖਦਾ ਹਾਂ ਕਿ ਅਸੀਂ ਇਸ ਦਾਨੀਏਲ ਨਬੀ ਦੀ ਪੁਸਤਕ ਦੇ 3 ਅਧਿਆਏ ਵਿੱਚੋਂ ਸਿੱਖਣ ਜਾ ਰਹੇ ਹਾਂ। ਉਹ ਕਾਇਲ ਕੀਤੇ ਜਾਣ ਵਿੱਚ ਇੱਕ ਮਹਾਨ ਸਬਕ ਹੈ ਜੋ ਕਿ ਸਾਡੇ ਪਰਮੇਸ਼ਰ ਦੀ ਬਾਣੀ ਵਿੱਚ ਪਾਏ ਜਾਣ ਵਾਲੇ ਗਹਿਰੇ ਸਿੱਤਰ ਵਿਸ਼ਵਾਸ ਤੋਂ ਅੰਦਰੂਨੀ ਤੌਰ ਤੇ ਪ੍ਰਾਪਤ ਹੁੰਦਾ ਹੈ। ਮੇਰੀ ਤਾਂ ਬਸ ਇਹ ਪ੍ਰਾਰਥਨਾ ਹੈ ਕਿ ਪਰਮੇਸ਼ਰ ਆਪਣੇ ਵਚਨ ਦੇ ਇਸਤੇਮਾਲ ਕਿਸੇ ਵੀ ਇੱਕ ਵਿਅਕਤੀ ਦੇ ਵਿੱਚ ਇਹੋ ਜਿਹਾ ਇਰਾਦਾ ਭਰਨ ਲਈ ਕਰੇ ਜੋ ਉਸ ਦੇ ਬਾਕੀ ਜੀਵਨ ਵਿੱਚ ਕਾਇਮ ਰਹੇ ਅਤੇ ਕੋਈ ਫਰਕ ਨਹੀਂ ਪੈਂਦਾ ਕੀ ਕੁਝ ਵਰਪੇਗਾ। ਮੈਂ ਇੱਕ ਇਹੋ ਜਿਹਾ ਵਿਅਕਤੀ ਹੋਣ ਜਾ ਰਿਹਾ ਹਾਂ ਜਿਸ ਦਾ ਜੀਵਨ ਪੱਕੇ ਤੌਰ ਤੇ ਮੇਰੇ ਦਿਲ ਦੇ ਅੰਦਰੂਨੀ ਤੌਰ ਤੇ ਕਾਇਲ ਕੀਤੇ ਜਾਣ ਤੇ ਉਸ ਦਾ ਅਸਰ ਹੋਵੇ, ਪਰਮੇਸ਼ਰ ਦੀ ਬਾਣੀ ਉੱਤੇ ਆਧਾਰਿਤ ਹੋਵੇ। ਹੁਣ ਅਸੀਂ ਦਾਨੀਏਲ ਨਬੀ ਦੀ ਪੁਸਤਕ 3 ਅਧਿਆਏ ਵਿੱਚ ਆਉਂਦੇ ਹਾਂ। ਪਹਿਲੀ ਗੱਲ ਜੋ ਅਸੀਂ ਇਸ 3 ਅਧਿਆਏ ਵਿੱਚ ਗੌਰ ਕਰਦੇ ਹਾਂ ਉਹ ਇਹ ਹੈ ਕਿ ਭਾਵੇਂ ਇਹ ਦਾਨੀਏਲ ਨਬੀ ਦੀ ਪੁਸਤਕ ਹੈ, ਪਰ ਅਸੀਂ ਇਸ ਅਧਿਆਏ ਵਿੱਚ ਕਿਤੇ ਵੀ ਦਾਨੀਏਲ ਨੂੰ ਨਹੀਂ ਪਾਉਂਦੇ। ਉਹ ਤਾਂ ਜਾ ਚੁੱਕਾ ਹੈ, ਉਹ 3 ਅਧਿਆਏ ਵਿੱਚ ਦਿਖਾਈ ਨਹੀਂ ਦਿੰਦਾ। ਇਸ ਦੇ ਬਾਰੇ ਬਹੁਤ ਕੁਝ ਅੰਦਾਜ਼ਾ ਹੈ ਕਿ ਉਹ ਕਿੱਥੇ ਗਿਆ ਹੋਵੇਗਾ, ਪਰ ਜ਼ਿਆਦਾਤਰ ਵਿਦਵਾਨ ਇਹ ਵਿਸ਼ਵਾਸ ਕਰਦੇ ਹਨ ਕਿ ਉਹ ਰਾਜੇ ਦੇ ਕਿਸੇ ਕੰਮ ਗਿਆ ਹੋਇਆ ਹੋਵੇਗਾ। ਉਹ ਕਿਸੇ ਵਿਦੇਸ਼ੀ ਅਦਾਲਤ ਵਿੱਚ ਰਾਜਾ ਨਬੂਕਦਨੇਜ਼ਰ ਦੇ ਪ੍ਰਤੀਨਿਧੀ
ਕਰ ਰਿਹਾ ਹੈ। ਇਸ ਕਰਕੇ ਅਸੀਂ ਉਸ ਦੇ ਬਾਰੇ ਕੁਝ ਵੀ ਨਹੀਂ ਵੇਖਦੇ। ਜੋ ਕੁਝ ਵੀ ਅਸੀਂ ਸੁਣਦੇ ਹਾਂ ਉਹ ਹਨ ਉਸ ਦੇ ਤਿੰਨ ਸਾਥੀ, ਸਦਰਕ, ਮੇਸ਼ਕ ਤੇ ਅਬਦਨਗੋ। ਹੁਣ ਇਸ ਪੁਸਤਕ ਦੀਆਂ ਪਹਿਲੀਆਂ ਦੋ ਕਹਾਣੀਆਂ ਵਿੱਚ ਜਿਨ੍ਹਾਂ ਦਾ ਅਧਿਐਨ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਇਹ ਤਿੰਨ ਮਨੁੱਖ ਦਾਨੀਏਲ ਦੇ ਦੋਸਤ ਜਾਪਦੇ ਹਨ। ਬਸ ਉਸ ਦੇ ਦੋਸਤਾਂ ਬਾਰੇ, ਉਹ ਤਾਂ ਉਸ ਦੇ ਵੱਲੋਂ ਤਿਆਰ ਖੜੇ ਹਨ। ਦਾਨੀਏਲ ਉਹ ਇੰਟਰਵਿਊ ਦੇਣ ਲਈ ਉਸ ਦੀ ਤਿਆਰੀ ਵਿੱਚ ਹੈ ਅਤੇ ਉਹ ਬਸ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਨ। ਬਾਕੀ ਪੁਸਤਕ ਵਿੱਚ 3 ਅਧਿਆਏ ਤੋਂ ਬਾਅਦ ਅਸੀਂ ਕਦੀ ਵੀ ਉਹਨਾਂ ਦੇ ਬਾਰੇ ਦੁਬਾਰਾ ਨਹੀਂ ਸੁਣਿਆ, ਪਰ ਇੱਕ ਅਧਿਆਏ ਵਿੱਚ ਉਹ ਮੰਚ ਦੇ ਠੀਕ ਕੇਂਦਰ ਵਿੱਚ ਹਨ। ਉਹ ਮੁੱਖ ਤੌਰ ਤੇ ਸਾਹਮਣੇ ਆਉਂਦੇ ਹਨ। ਇਹ ਤਾਂ ਮੇਰੇ ਲਈ ਇੱਕ ਕਿਸਮ ਦੀ ਰੋਚਕ ਗੱਲ ਹੈ ਇਹ ਵੇਖਣਾ, ਕਿਉਂਕਿ ਜਦੋਂ ਵੀ ਅਸੀਂ ਪਹਿਲੇ 2 ਅਧਿਆਇਆਂ ਨੂੰ ਪੜ੍ਹਦੇ ਹਾਂ ਅਸੀਂ ਸੋਚ ਸਕਦੇ ਹਾਂ ਕਿ ਸਦਰਕ, ਮੇਸ਼ਕ ਅਤੇ ਅਬਦਨਗੋ ਤਾਂ ਬਸ ਹਾਂ ਕਰਨ ਵਾਲੇ ਮਨੁੱਖ ਹਨ, ਬਸ ਉਹੀ ਕਰਨ ਵਾਲੇ ਜੋ ਦਾਨੀਏਲ ਉਹਨਾਂ ਨੂੰ ਕਹਿੰਦਾ ਹੈ। ਬਸ ਉਸ ਦੇ ਬਲ ਦੇ ਕਰਕੇ ਹੀ ਉਹ ਇਸ ਤਰ੍ਹਾਂ ਕਰਦੇ ਹਨ ਜਿਸ ਤਰ੍ਹਾਂ ਦੇ ਉਹ ਹਨ। ਪਰ ਹੁਣ ਅਸੀਂ ਉਹਨਾਂ ਨੂੰ ਉਹਨਾਂ ਦੇ ਆਗੂ ਹੋਣ ਤੋਂ ਵੱਖ ਹੁੰਦੇ ਵੇਖਦੇ ਹਾਂ ਅਤੇ ਅਸੀਂ ਇਹ ਵੇਖਦੇ ਹਾਂ ਕਿ ਉਹ ਵੱਡੇ ਹੌਸਲੇ ਵਾਲੇ ਮਨੁੱਖ ਹਨ। ਇਸ ਦਾ ਉਹਨਾਂ ਦਾ ਦਾਨੀਏਲ ਦੇ ਨਾਲ ਹੋਣ ਦਾ ਕੁਝ ਵੀ ਲੈਣ ਦੇਣ ਨਹੀਂ ਹੈ। ਇਹ ਗੌਰ ਕਰਨਾ ਮਹੱਤਵਪੂਰਨ ਹੈ। ਜਦੋਂ ਕਿ ਅਸੀਂ 3 ਅਧਿਆਏ ਦਾ ਆਰੰਭ ਕਰਦੇ ਹਾਂ, ਫਿਰ 2 ਤੇ 3 ਅਧਿਆਏ ਦੇ ਵਿਚਕਾਰ ਇੱਕ ਲੰਬਾ ਵਕਫਾ ਗੁਜ਼ਰ ਚੁੱਕਾ ਹੈ। ਸਾਡੇ ਲਈ ਇਹ ਜਾਣਨਾ ਪੂਰੀ ਤਰ੍ਹਾਂ ਸੰਭਵ ਨਹੀਂ ਹੈ ਕਿ ਇਹ ਵੱਖ-ਵੱਖ ਫਿਰ ਵੀ ਬਾਈਬਲ ਦੇ ਅੰਗਰੇਜ਼ੀ ਦੇ ਤਰਜਮੇ ਵਿੱਚ ਅਲੌਕਿਕ ਵਚਨ ਦੇ ਭਾਗ ਬਾਰੇ ਦੱਸਿਆ ਗਿਆ ਹੈ ਕਿ ਇਹ ਰਾਜਾ ਨਬੂਕਦਨਜ਼ਰ ਦਾ 18ਵਾਂ ਵਰ੍ਹਾ ਸੀ। ਇਸ ਦਾ ਅਰਥ ਇਹ ਹੋਵੇਗਾ ਕਿ ਕਿਧਰੇ 6 ਤੋਂ 20 ਸਾਲ ਦੇ ਦੂਸਰੇ ਅਧਿਆਏ ਦੇ ਅੰਤ ਅਤੇ ਤੀਸਰੇ ਅਧਿਆਏ ਦੇ ਆਰੰਭ ਦੇ ਵਿਚਕਾਰ ਗੁਜ਼ਰ ਚੁੱਕੇ ਹਨ। ਅਸੀਂ ਨਹੀਂ ਜਾਣਦੇ ਕਿ ਇਹ ਸਭ ਕੁਝ ਵਾਪਰ ਚੁੱਕਾ ਹੈ, ਪਰ ਅਸੀਂ ਇਹ ਜਾਣਦੇ ਹਾਂ ਕਿ ਉਸ ਸਮੇਂ ਦੇ ਵਿਚਕਾਰ ਜਦੋਂ 2 ਅਧਿਆਏ ਦਾ ਅੰਤ ਹੁੰਦਾ ਹੈ ਅਤੇ ਤੀਸਰੇ ਅਧਿਆਏ ਦਾ ਆਰੰਭ ਹੁੰਦਾ ਹੈ, ਨਬੂਕਦਨਜ਼ਰ ਦੇ ਦਿਨ ਵਿੱਚ ਕੁਝ ਨਾ ਕੁਝ ਵਰਪਿਆ ਹੈ। ਕਿਉਂਕਿ ਅਸੀਂ ਇਹ ਯਾਦ ਕਰਦੇ ਹਾਂ ਕਿ ਜਦੋਂ ਅਸੀਂ ਇਸ ਰਾਜੇ ਨੂੰ ਪਿਛਲੀ ਵਾਰ ਵੇਖਿਆ ਸੀ ਤਦ ਦਾਨੀਏਲ ਨੇ ਤਾਂ ਬਸ ਉਸ ਦੇ ਸੁਪਨੇ ਦਾ ਅਰਥ ਉਸ ਨੂੰ ਦੱਸਿਆ ਸੀ। ਉਸਨੇ ਉਸ ਨੂੰ ਇਹ ਦੱਸਿਆ ਸੀ ਕਿ ਉਸ ਦਾ ਸੁਪਨਾ ਕੀ ਸੀ ਅਤੇ ਉਸਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਇਸ ਦਾ ਅਰਥ ਕੀ ਸੀ ਅਤੇ ਉਸ ਦਾ ਨਤੀਜਾ ਸੀ ਕਿ ਰਾਜੇ ਨਬੂਕਦਨਜ਼ਰ ਦੇ ਨਾਲ ਇੰਨੀ ਵੱਡੀ ਪ੍ਰਭਾਵਿਤ ਗੱਲ ਉਸ ਦੇ ਨਾਲ ਵਾਪਰੀ ਸੀ, ਜਿਸ ਬਾਰੇ ਅਸੀਂ 2 ਅਧਿਆਏ ਦੀਆਂ 47 ਤੇ 48 ਐਤਾਂ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਰਾਜੇ ਨੇ ਦਾਨੀਏਲ ਨੂੰ ਆਖਿਆ, ਨਿਸਿੰਗ ਤੇਰਾ ਪਰਮੇਸ਼ਰ ਦਿਉਤਿਆਂ ਦਾ ਦਿਉਤਾ ਤੇ ਰਾਜਿਆਂ ਦਾ ਪ੍ਰਭੂ ਅਤੇ ਭੇਤ ਖੋਲਣ ਵਾਲਾ ਹੈ। ਕਿਉਂ ਜੋ ਤੂੰ ਇਸ ਭੇਤ ਨੂੰ ਖੋਲ ਸਕਿਆ। ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਅਤੇ ਉਹਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਹਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਨਾਮੀ ਦਿੱਤੀ ਅਤੇ ਬਾਬਲ ਦੇ ਸਾਰੇ ਗਿਆਨੀਆਂ ਉੱਤੇ ਸਰਦਾਰ ਬਣਾਇਆ। ਇਸ ਤਰ੍ਹਾਂ ਜਦੋਂ ਅਸੀਂ 2 ਅਧਿਆਏ ਦੇ ਅੰਤ ਵਿੱਚ ਢੁੱਕਦੇ ਹਾਂ, ਨਬੂਕਦਨਜ਼ਰ ਇੱਕ ਆਪਣੀ ਨੇਚਾ ਦਾ ਇੱਕ ਸਰਵਜਨਿਕ ਐਲਾਨ ਕਰਦਾ ਜਾਪਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਉਹ ਪੁਰਾਣੇ ਨੇਮ ਵਿੱਚ ਵਚਨ ਦੇ ਭਾਗਾਂ ਦੇ ਅਨੁਸਾਰ ਮਸੀਹੀ ਹੋ ਰਿਹਾ ਹੋਵੇ। ਉਹ ਦਾਨੀਏਲ ਦੇ ਦੁਆਰਾ ਬਹੁਤ ਪ੍ਰਭਾਵਿਤ ਕੀਤਾ ਗਿਆ ਹੈ ਅਤੇ ਉਸ ਦੇ ਦੁਆਰਾ ਜੋ ਕੁਝ ਦਾਨੀਏਲ ਨੇ ਕੀਤਾ ਹੈ ਉਹ ਜਾਣਦਾ ਹੈ ਕਿ ਇਹ ਤਾਂ ਦਾਨੀਏਲ ਦਾ ਪਰਮੇਸ਼ਰ ਹੀ ਹੈ ਜੋ ਕਿ ਇਸ ਵਿੱਚ ਜੁੜਿਆ ਹੋਇਆ ਹੈ ਅਤੇ ਇਸ ਕਰਕੇ ਉਹ ਦਾਨੀਏਲ ਦੇ ਪਰਮੇਸ਼ਰ ਬਾਰੇ ਇੰਨਾ ਅਦਭੁਤ ਐਲਾਨ ਕਰਦਾ ਹੈ। ਹੁਣ ਇਹ ਸਭ ਵਰ੍ਹੇ ਬੀਤ ਚੁੱਕੇ ਹਨ ਅਤੇ ਉਸ ਨੂੰ ਅਸੀਂ ਵੇਖਦੇ ਹਾਂ ਅਤੇ ਅਗਲੀ ਵਾਰ ਜਦੋਂ ਅਸੀਂ ਉਸ ਨੂੰ ਵੇਖਦੇ ਹਾਂ ਉਹ ਇੱਕ ਸਭ ਤੋਂ ਵੱਧ ਘਿਰਨਾਯੋਗ ਪਾਪ ਦੇ ਵਿੱਚ ਲਿਪਟਾ ਹੈ। ਉਹ ਦੂਰਾ ਦੇ ਮੈਦਾਨ ਵਿੱਚ ਇੱਕ ਬੁੱਤ ਖੜਾ ਕਰ ਰਿਹਾ ਹੈ ਅਤੇ ਆਪਣੇ ਰਾਜ ਦੀ ਸਾਰੀ ਪ੍ਰਜਾ ਨੂੰ ਉਸ ਦੇ ਅੱਗੇ ਮੱਥਾ ਟੇਕਣ ਦਾ ਹੁਕਮ ਦੇ ਰਿਹਾ ਹੈ। ਇਹ ਸਾਡੇ ਲਈ ਇੱਕ ਯਾਦ ਕਰਾਉਣ ਵਾਲੀ ਗੱਲ ਹੈ ਕਿ ਕਦੇ-ਕਦੇ ਜਦੋਂ ਅਸੀਂ ਮਹਾਨ ਸਰਵਜਨਿਕ ਨੇਚਾ ਦੇ ਇਕਰਾਰ ਨੂੰ ਸੁਣਦੇ ਹਾਂ ਜੋ ਕਿ ਸਰਵਜਨਕ ਲੋਕਾਂ ਦੇ ਵੱਲੋਂ ਦਿੱਤੇ ਜਾਂਦੇ ਹਨ, ਜੇਕਰ ਆਪ ਉਹਨਾਂ ਦੀ ਪਰਖ ਸਮੇਂ ਦੇ ਸਗਾਚਾ ਦੇ ਨਾਲ ਕਰੋ ਤਦ ਆਪ ਨਿਰਾਸ਼ ਹੋ ਸਕਦੇ ਹੋ ਕਿ ਆਪ ਇਹ ਗੱਲ ਸਿੱਖੀ ਹੈ। ਕਦੇ-ਕਦੇ ਅਸੀਂ ਕਿਸੇ ਬਹੁਤ ਹੀ ਮਹਾਨ ਵਿਅਕਤੀ ਨੂੰ ਬਚਾਏ ਜਾਣ ਦੇ ਬਾਰੇ ਸੁਣਦੇ ਹਾਂ, ਜੋ ਕੰਮ ਅਸੀਂ ਪਹਿਲਾਂ ਕਰਨਾ ਚਾਹੁੰਦੇ ਹਾਂ। ਉਹਨਾਂ ਨੂੰ ਸਰਵਜਨਕ ਟੈਲੀਵਿਜ਼ਨ ਦੇ ਉੱਤੇ ਲਿਆ ਖੜਾ ਕਰਦੇ ਹਾਂ। ਅਸੀਂ ਉਸ ਨੂੰ ਸਾਰੀ ਪ੍ਰਤੱਖ ਗੱਲਬਾਤ ਦੇ ਪ੍ਰੋਗਰਾਮ ਵਿੱਚ ਲਿਆ ਖੜਾ ਕਰਦੇ ਹਾਂ ਅਤੇ ਅਸੀਂ ਉਸ ਨੂੰ ਆਪਣਿਆਂ ਦੇ ਸਮੇਂ ਬੋਲਣ ਦੇ ਲਈ ਬੁਲਾਉਂਦੇ ਹਾਂ, ਇਸ ਤੋਂ ਪਹਿਲਾਂ ਕਿ ਅਸੀਂ ਇਹ ਜਾਣੀਏ ਕਿ ਉਹਨਾਂ ਨੇ ਸਾਨੂੰ ਨਿਰਾਸ਼ ਕੀਤਾ ਹੈ। ਨਬੂਕਦਨਜ਼ਰ ਇਸੇ ਤਰ੍ਹਾਂ ਦਾ ਇੱਕ ਮਨੁੱਖ ਸੀ
ਇਸ ਤਰ੍ਹਾਂ ਜਦੋਂ ਅਸੀਂ ਉਸ ਨੂੰ ਤੀਸਰੇ ਅਧਿਆਏ ਵਿੱਚ ਮਿਲਦੇ ਹਾਂ, ਤਦ ਅਸੀਂ ਜ਼ਿਆਦਾ ਪ੍ਰਭਾਵਿਤ ਨਹੀਂ ਕੀਤੇ ਜਾਂਦੇ। ਕਿਉਂ ਜੋ 3 ਅਧਿਆਏ ਦੀਆਂ ਪਹਿਲੀਆਂ 3 ਐਤਾਂ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਨਬੂਕਦਨਜ਼ਰ ਰਾਜਾ ਨੇ ਇੱਕ ਸੋਨੇ ਦੀ ਮੂਰਤ ਬਣਾਈ, ਜਿਹਦੀ ਉਚਾਈ 60 ਹੱਥ ਤੇ ਚੌੜਾਈ 6 ਹੱਥ ਸੀ, ਅਤੇ ਉਹਨੂੰ ਦੂਰਾ ਦੇ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ। ਤਦ ਨਬੂਕਦਨਜ਼ਰ ਰਾਜਾ ਨੇ ਲੋਕਾਂ ਨੂੰ ਘੱਲਿਆ ਕਿ ਸਾਜਿਆਂ, ਦੀਵਾਨਾਂ, ਸਰਦਾਰਾਂ, ਨਿਉਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬੇ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ, ਤਾਂ ਜੋ ਉਹ ਉਸ ਮੂਰਤ ਨੂੰ ਪਵਿੱਤਰ ਕਰਕੇ ਥਾਪਣ, ਜਿਹੜੀ ਨਬੂਕਦਨਜ਼ਰ ਰਾਜਾ ਨੇ ਖੜੀ ਕੀਤੀ ਸੀ। ਤਾਂ ਸਜਾਦੇ, ਦੀਵਾਨ, ਸਰਦਾਰ, ਨਿਉਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬੂਕਦਨਜ਼ਰ ਨੇ ਖੜੀ ਕੀਤੀ ਸੀ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨਜ਼ਰ ਨੇ ਖੜੀ ਕੀਤੀ ਸੀ ਖਲੋ ਗਏ। ਨੰਬਰ 1, ਸਮਰਪਣ ਸਮਾਰੋਹ। ਦਾਨੀਏਲ 3 ਅਧਿਆਏ 1 ਵਚਨ ਤੋਂ ਲੈ ਕੇ 3 ਵਚਨ ਤੱਕ। ਹੁਣ ਇੱਥੇ ਕਹਾਣੀ ਇਸ ਤਰ੍ਹਾਂ ਹੈ। ਪਹਿਲੀ ਗੱਲ, ਸਮਰਪਣ ਸਮਾਰੋਹ 1 ਵਚਨ ਤੋਂ ਲੈ ਕੇ 3 ਵਚਨਾਂ ਤੱਕ। ਨਬੂਕਦਨਜ਼ਰ ਜੋ ਸੁਪਨੇ ਉਸਨੇ ਵੇਖਿਆ ਸੀ, ਉਸ ਦੇ ਦੁਆਰਾ ਬਹੁਤ ਪ੍ਰਭਾਵਿਤ ਹੋਇਆ ਸੀ, ਅਤੇ ਉਹ ਇਸ ਅਸਲੀਅਤ ਦੇ ਨਾਲ ਇੰਨਾ ਮੋਹ ਗਿਆ ਸੀ ਕਿ ਉਸ ਸੁਪਨੇ ਵਿੱਚ ਉਹ ਸੋਨੇ ਦਾ ਸਿਰ ਸੀ। ਇਸ ਕਰਕੇ ਉਸਨੇ ਆਪਣੇ ਖੁਦ ਦੇ ਦਿਲ ਵਿੱਚ ਇਹ ਜ਼ਰੂਰ ਸੋਚਿਆ ਹੋਵੇਗਾ, ਜੇਕਰ ਸਿਰ ਤਦ ਸੱਚਮੁੱਚ ਸਰੀਰ ਕਿਉਂ ਨਹੀਂ। ਇਸ ਕਰਕੇ ਉਸਨੇ ਆਪਣੇ ਆਪ ਲਈ ਇੱਕ ਸੋਨੇ ਦੀ ਮੂਰਤ ਬਣਾਈ ਅਤੇ ਇਸ ਨੂੰ ਮੈਦਾਨ ਵਿੱਚ ਖੜਾ ਕੀਤਾ, ਅਤੇ ਸਾਰੇ ਲੋਕਾਂ ਨੂੰ ਆ ਕੇ ਉਸ ਮੂਰਤ ਦੇ ਅੱਗੇ ਮੱਥਾ ਟੇਕਣ ਲਈ ਮਜਬੂਰ ਕੀਤਾ। ਹੁਣ ਸਮਾਂ ਆ ਚੁੱਕਾ ਹੈ ਕਿ ਇੱਕ ਪ੍ਰੋਜੈਕਟ ਨੂੰ ਸਮਰਪਿਤ ਕੀਤਾ ਜਾਵੇ। ਇਸ ਨੂੰ ਅਧਿਕਾਰ ਤੌਰ ਤੇ ਸਮਰਪਣ ਕਰਨ ਦੇ ਲਈ ਉਹ ਸਾਰੇ ਅਫਸਰਾਂ ਦੇ ਘਰਾਣੇ ਨੂੰ ਇਸ ਸਮਰਪਣ ਸਮਾਰੋਹ ਦੇ ਲਈ ਆਉਣ ਦੇ ਲਈ ਬੁਲਾਉਂਦਾ ਹੈ। ਉਸ ਸਮੇਂ ਦੇ ਨਾਲ ਸੰਬੰਧਿਤ ਜੋ ਕੁਝ ਅਸੀਂ ਸਿੱਖ ਸਕਦੇ ਹਾਂ, ਇਹ ਸ਼ਾਇਦ ਇਹ ਹੈ ਕਿ ਉਹ ਮੂਰਤ ਅਤੇ ਜਾਂ ਫਿਰ ਉਹ ਬੁੱਤ ਜੋ ਕਿ ਸੋਨੇ ਦਾ ਸੀ, ਸ਼ਾਇਦ ਉਸ ਨੂੰ ਲੱਕੜੀ ਦੇ ਵਿੱਚੋਂ ਬਣਾ ਕੇ ਸੋਨੇ ਦੇ ਨਾਲ ਮੜਿਆ ਗਿਆ ਸੀ। ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਉਸ ਜ਼ਮਾਨੇ ਵਿੱਚ ਬਾਬਲ ਵਿੱਚ ਇਸ ਤਰ੍ਹਾਂ ਕਰਦੇ ਹੁੰਦੇ ਸਨ। ਜਿਵੇਂ ਕਿ ਆਪ ਆਪਣੇ ਪਹਿਲੇ ਅਧਿਐਨ ਵਿੱਚੋਂ ਆਪ ਨੂੰ ਇਹ ਯਾਦ ਹੈ ਕਿ ਬਾਬਲ ਸੋਨੇ ਦਾ ਰਾਜ ਸੀ, ਅਤੇ ਬਾਬਲ ਵਿੱਚ ਸੋਨਾ ਬਹੁਤ ਹੀ ਮਿਕਦਾਰ ਵਿੱਚ ਪਾਇਆ ਜਾਂਦਾ ਸੀ। ਇਸ ਤਰ੍ਹਾਂ ਉਸਨੇ ਲੱਕੜੀ ਦੀ ਇੱਕ ਵੱਡੀ ਮੂਰਤ ਨੂੰ ਬਣਾਇਆ ਅਤੇ ਇਸ ਨੂੰ ਸੋਨੇ ਦੇ ਨਾਲ ਮੜਿਆ ਅਤੇ ਇਸ ਨੂੰ ਦੂਰਾ ਦੇ ਮੈਦਾਨ ਵਿੱਚ ਖੜਾ ਕੀਤਾ। ਸ਼ਾਇਦ ਇਸ ਕੰਮ ਨੂੰ, ਇਸ ਪ੍ਰੋਜੈਕਟ ਨੂੰ ਕਈ ਮਹੀਨੇ ਲੱਗੇ ਸਨ, ਹੋ ਸਕਦਾ ਹੈ ਸਾਲ ਵੀ ਲੱਗੇ ਹੋਣ। ਇਸ ਤੋਂ ਪਹਿਲਾਂ ਉਸਨੇ ਸਮਾਪਤ ਕੀਤਾ ਸੀ। ਹੁਣ ਇਹ ਤਿਆਰ ਹੋ ਚੁੱਕਾ ਹੈ ਅਤੇ ਉਸਨੇ ਹਰੇਕ ਨੂੰ ਇਸ ਸਮਰਪਣ ਸਮਾਰੋਹ ਵਿੱਚ ਬੁਲਾਇਆ। ਮੈਂ ਤਾਂ ਬਸ ਤੁਹਾਨੂੰ ਇਹ ਇੱਥੇ ਦੱਸਣਾ ਚਾਹਾਂਗਾ, ਜਿਵੇਂ ਕਿ ਅਸੀਂ ਪਿੱਛੇ ਅਧਿਐਨ ਕੀਤਾ ਸੀ, ਕਿ ਇਹ ਮਨੁੱਖ ਗੈਰ ਕੌਮਾਂ ਦੇ ਸਮਿਆਂ ਦੇ ਆਰੰਭ ਨੂੰ ਦਰਸਾਉਂਦਾ ਹੈ। ਉਹ ਪਹਿਲਾ ਸ਼ਾਸਕ ਹੈ, ਜਗਤ ਦੀਆਂ ਮਹੱਤਵਪੂਰਨ ਪਾਤਸ਼ਾਹੀਆਂ ਦਾ ਪਹਿਲਾ ਸ਼ਾਸਕ। ਉਹ ਇੱਕ ਮੂਰਤ ਖੜੀ ਕਰਦਾ ਹੈ ਅਤੇ ਉਹ ਲੋਕਾਂ ਨੂੰ ਇਸ ਦੇ ਸਾਹਮਣੇ ਮੱਥਾ ਟੇਕਣ ਲਈ ਹੁਕਮ ਦਿੰਦਾ ਹੈ। ਜਗਤ ਦੇ ਸਾਰੇ ਇਤਿਹਾਸਾਂ ਵਿੱਚੋਂ ਗੁਜ਼ਰੋ ਅਤੇ ਪ੍ਰਕਾਸ਼ ਦੀ ਪੋਥੀ ਦੇ ਸਾਰੇ ਅਧਿਐਨ ਦੇ ਵਿੱਚੋਂ ਗੁਜ਼ਰੋ। ਪ੍ਰਕਾਸ਼ ਦੀ ਪੋਥੀ ਦੇ 13 ਅਧਿਆਏ ਵਿੱਚ ਇਸ ਦਾ ਸਪਸ਼ਟ ਹੈ, ਅਤੇ ਆਪ ਵੇਖ ਸਕਦੇ ਹੋ ਕਿ ਮਨੁੱਖ ਦੀਆਂ ਪਾਤਸ਼ਾਹੀਆਂ ਦੀ ਆਖਰੀ ਸ਼ਾਸਕ ਖੁਦ ਮਸੀਹੀ ਵਿਰੋਧੀ ਹੈ। ਉਹ ਕੀ ਕਰਦਾ ਹੈ? ਉਹ ਇੱਕ ਮੂਰਤ ਉਸਾਰਦਾ ਹੈ ਅਤੇ ਉਹ ਉਸ ਨੂੰ ਉੱਥੇ ਖੜਾ ਕਰਦਾ ਹੈ ਅਤੇ ਸਾਰੇ ਲੋਕਾਂ ਨੂੰ ਉਹਦੇ ਸਾਹਮਣੇ ਝੁਕਣ ਅਤੇ ਮੱਥਾ ਟੇਕਣ ਲਈ ਆਖਦਾ ਹੈ। ਠੀਕ ਜਿਸ ਤਰ੍ਹਾਂ ਮਨੁੱਖ ਨੇ ਆਰੰਭ ਕੀਤਾ ਸੀ, ਉਸੇ ਤਰ੍ਹਾਂ ਉਹ ਅੰਤ ਵਿੱਚ ਵੀ ਕਰਦਾ ਹੈ। ਕੀ ਕਦੇ ਆਪਨੇ ਗੌਰ ਕੀਤਾ ਹੈ ਕਿ ਮਨੁੱਖ ਜੋ ਮਸੀਹ ਤੋਂ ਬਗੈਰ ਹੁੰਦੇ ਹਨ, ਉਹ ਨਾ ਸੁਧਾਰਿਆ ਜਾਣ ਵਾਲਾ ਧਾਰਮਿਕ ਮਨੁੱਖ ਹੁੰਦਾ ਹੈ। ਉਹ ਮੁੱਖ ਤੌਰ ਤੇ ਕੁਝ ਨਾ ਕੁਝ ਆਪਣੇ ਕੋਲ ਪਾਉਣਾ ਚਾਹੁੰਦਾ ਹੈ, ਜਿਸ ਦੇ ਅੱਗੇ ਉਹ ਮੱਥਾ ਟੇਕ ਸਕੇ। ਉਹ ਹਮੇਸ਼ਾ ਹੀ ਉਸ ਪਰਮੇਸ਼ਰ ਤੋਂ ਅਲੱਗ ਕੁਝ ਰਚ ਰਿਹਾ ਹੁੰਦਾ ਹੈ, ਜਿਸ ਪਰਮੇਸ਼ਰ ਨੇ ਉਸ ਨੂੰ ਬਣਾਇਆ ਸੀ। ਜੇਕਰ ਆਪ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈ, ਤਦ ਮੈਂ ਚਾਹੁੰਦਾ ਹਾਂ ਕਿ ਆਪ ਰੋਮੀਓ ਦੀ ਪੱਤਰੀ ਦਾ ਪਹਿਲਾ ਅਧਿਆਇ ਪੜ੍ਹੋ। ਉਸ ਪੁਸਤਕ ਵਿੱਚ ਆਪ ਇਸ ਦੇ ਇਤਿਹਾਸ ਨੂੰ ਪਾਓਗੇ। ਹੁਣ ਇਸ ਮੂਰਤ ਜੋ ਉਸ ਨੇ ਉਸਾਰੀ ਸੀ, ਇਹ ਤਾਂ ਇੱਕ ਹੋਸੋਹੀਣ ਅਤੇ ਅਨੋਖੀ ਦਿਖਾਈ ਦੇਣ ਵਾਲੀ ਸੀ। ਬਾਈਬਲ ਬਾਣੀ ਆਖਦੀ ਹੈ ਕਿ ਇਸ ਦੀ ਉਚਾਈ 60 ਹੱਥ ਤੇ ਚੌੜਾਈ 6 ਹੱਥ ਸੀ। ਇਹ 90 ਫੁੱਟ ਉੱਚੀ ਸੀ। ਸਾਨੂੰ ਖਾਸ ਤੌਰ ਤੇ ਇਹ ਨਹੀਂ ਦੱਸਿਆ ਗਿਆ ਕਿ ਇਹ ਨਬੂਕਦਨਜ਼ਰ ਦੀ ਕੋਈ ਮੂਰਤ ਸੀ, ਪਰ ਇਹ ਤਾਂ ਇੱਕ ਬਹੁਤ ਅੱਛਾ ਕਾਇਫਾ ਹੈ ਕਿ ਇਹ ਇਸੇ ਤਰ੍ਹਾਂ ਸੀ।
ਇੱਕ ਮਨੁੱਖ ਦੀ ਤਸਵੀਰ 90 ਫੁੱਟ ਉੱਚੀ, 6 ਹੱਥ ਚੌੜੀ ਅਤੇ 60 ਹੱਥ ਉੱਚੀ। ਜੋ ਹੋਸੋਹੀਣੀ ਗੱਲ ਇਸ ਦੇ ਬਾਰੇ ਹੈ ਉਹ ਇਹ ਹੈ, ਇਸ ਤਸਵੀਰ ਦਾ ਅਨੁਪਾਤ 10 ਗੁਣਾ 1 ਸੀ। ਮੈਂ ਆਪ ਨੂੰ ਕੁਝ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਇਹ ਤਾਂ ਇੱਕ ਪਤਲਾ ਮਨੁੱਖ ਸੀ ਕਿ ਆਪ ਜਾਣਦੇ ਹੋ ਕਿ ਅੱਜ ਇੱਕ ਵਿਅਕਤੀ ਦਾ ਜੋ ਔਸਤਨ ਅਨੁਪਾਤ ਹੈ ਉਹ 5 ਗੁਣਾ 1 ਹੁੰਦਾ ਹੈ। ਮੈਂ ਤਾਂ ਕੁਝ ਕੁ ਨੂੰ ਤਾਂ 3 ਗੁਣਾ 1 ਵੀ ਜਾਣਦਾ ਹਾਂ, ਕੁਝ ਤਾਂ 2 ਗੁਣਾ 1, ਪਰ ਜ਼ਿਆਦਾਤਰ ਔਸਤਨ ਅਨੁਪਾਤ 5 ਗੁਣਾ 1 ਹੁੰਦਾ ਹੈ। ਇਹ ਮੂਰਤ 10 ਗੁਣਾ 1 ਹੈ। ਇਹ ਇੱਕ ਲੰਬੀ, ਪਤਲੀ ਅਤੇ ਉੱਚੀ ਹੈ। ਆਪ ਇਸ ਦੇ ਬਾਰੇ ਗੌਰ ਕਰੋ ਕਿ ਧੁੱਪ ਦੇ ਵਿਚਕਾਰ ਉਜਾੜ ਦੇ ਵਿੱਚ ਇਹ ਬਾਹਰ ਚਮਕ ਰਹੀ ਹੈ ਅਤੇ ਖੁੱਲੀ ਹਵਾ ਦੇ ਵਿੱਚ ਆਪ ਇਸ ਦਾ ਅੰਦਾਜ਼ਾ ਆਪਣੇ ਦਿਮਾਗ ਦੀ ਨਜ਼ਰ ਤੋਂ ਲਗਾ ਸਕਦੇ ਹੋ। ਉਹ ਸਭ ਸੋਨਾ ਧੁੱਪ ਦੇ ਵਿੱਚ ਚਮਕ ਰਿਹਾ ਹੈ ਅਤੇ ਉਹ ਬਹੁਤ ਨਜ਼ਰ ਆ ਰਿਹਾ ਹੈ ਅਤੇ ਆਪ ਇਸ ਨੂੰ ਮੀਲੋਂ ਮੀਲ ਦੂਰ ਦੇਖ ਸਕਦੇ ਹੋ। ਉਸਨੇ ਆਪਣੇ ਰਾਜ ਦੇ ਲੋਕਾਂ ਨੂੰ ਆ ਕੇ ਇਸ ਤਸਵੀਰ ਦੇ ਅੱਗੇ ਮੱਥਾ ਟੇਕਣ ਲਈ ਮਜਬੂਰ ਕੀਤਾ। ਸਾਨੂੰ ਉਸ ਦੇ ਦੁਆਰਾ ਬੁਲਾਏ ਗਏ ਲੋਕਾਂ ਦੀ ਸੂਚੀ ਵਿੱਚ ਗੁਜ਼ਰਨ ਦੇ ਲਈ ਸਾਡੇ ਕੋਲ ਸਮਾਂ ਨਹੀਂ ਹੈ, ਪਰ ਮੈਂ ਤੁਹਾਨੂੰ ਦੱਸ ਦੇਵਾਂ ਜਲਦੀ ਕਿ ਇਸ ਸੂਚੀ ਵਿੱਚ ਕੀ ਸੀ। ਅਸੀਂ ਹਰੇਕ ਦੇ ਬਾਰੇ ਜ਼ਿਆਦਾ ਕੁਝ ਗੱਲ ਨਹੀਂ ਕਰਾਂਗੇ, ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਕੌਣ ਸਨ। ਇੱਥੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਰਾਜਕੁਮਾਰ ਸਨ ਜੋ ਉਸ ਰਾਜ ਵਿੱਚ ਰੱਖੇ ਸਨ। ਇਹ ਲੋਕ ਨਿਗਰਾਨੀ ਕਰਨ ਵਾਲੇ ਅਧਿਕਾਰੀ ਸਨ ਜੋ ਰਾਜਪਾਲ ਸਨ, ਜੋ ਇੱਕ ਖਾਸ ਸੌਂਪੇ ਗਏ ਇਲਾਕੇ ਉੱਤੇ ਸ਼ਾਸਨ ਕਰਦੇ ਸਨ। ਇਸ ਤੋਂ ਬਾਅਦ ਨਿਆਈ ਸਨ ਜਾਂ ਫਿਰ ਮੁੱਖ ਅਧਿਕਾਰੀ ਅਤੇ ਖਜ਼ਾਨਚੀ ਜੋ ਕਿ ਖਜ਼ਾਨੇ ਦੇ ਹਿਸਾਬ ਕਿਤਾਬ ਰੱਖਣ ਵਾਲੇ ਸਨ। ਇਸ ਤੋਂ ਬਾਅਦ ਕਾਨੂੰਨੀ ਸਲਾਹਕਾਰ ਜਾਂ ਫਿਰ ਕਾਨੂੰਨ ਦੇ ਰਾਖੇ ਸਨ। ਉਸ ਤੋਂ ਬਾਅਦ ਜ਼ਿਲ੍ਹੇ ਦੇ ਮੁੱਖ ਅਧਿਕਾਰੀ। ਇਹ ਬਹੁਤ ਹੀ ਰੋਚਕ ਵਿਅਕਤੀ ਹੁੰਦੇ ਸਨ। ਬਾਈਬਲ ਬਾਣੀ ਵਿੱਚ ਆਖਿਆ ਗਿਆ ਹੈ ਕਿ ਇਹ ਉਹ ਲੋਕ ਸਨ ਜੋ ਸਜ਼ਾ ਦਾ ਹੁਕਮ ਦਿੰਦੇ ਸਨ। ਉਹ ਸਾਰੇ ਅਧਿਕਾਰੀ, ਉਹ ਸਾਰੇ ਸ਼ਾਹੀ ਰਾਜਦੂਤ, ਉਹ ਸਭ ਇਸ ਦੇ ਲਈ ਬੁਲਾਏ ਗਏ ਸਨ। ਜਦੋਂ ਆਪ ਬਾਈਬਲ ਬਾਣੀ ਦੇ ਇਸ ਭਾਗ ਨੂੰ ਪੜ੍ਹਦੇ ਹੋ ਤਦ ਇਹ ਥੋੜ੍ਹੇ ਜਿਹਾ ਹੋਸੋਹੀਣ ਹੈ। ਮੈਂ ਆਪ ਨੂੰ ਇਸ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਇਹ ਅਚਾਨਕ ਇਸ ਤਰ੍ਹਾਂ ਨਹੀਂ ਸੀ ਕਰ ਰਿਹਾ। ਦੂਸਰੀ ਐਤ ਵਿੱਚ ਆਖਿਆ ਗਿਆ ਹੈ ਕਿ ਤਦ ਨਬੂਕਦਨਜ਼ਰ ਰਾਜੇ ਨੇ ਲੋਕਾਂ ਨੂੰ ਘੱਲਿਆ ਕਿ ਸਾਜਿਆਂ, ਦੀਵਾਨਾਂ, ਸਰਦਾਰਾਂ, ਨਿਆਂਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬੇ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ। ਸਾਰੇ ਹਾਕਮ ਉਸ ਮੂਰਤੀ ਦੀ ਚੱਠ ਲਈ ਜੋ ਨਬੂਕਦਨਜ਼ਰ ਨੇ ਖੜੀ ਕੀਤੀ ਸੀ ਇਕੱਠੇ ਹੋਏ। ਇਸ ਤੋਂ ਬਾਅਦ 3 ਰਾਜਕੁਮਾਰ, ਰਾਜਪਾਲ ਤੇ ਕਪਤਾਨ ਤੇ ਨਿਆਈ ਅਤੇ ਖਜ਼ਾਨਤੀ ਅਤੇ ਸਲਾਹਕਾਰ ਅਤੇ ਜ਼ਿਲ੍ਹਿਆਂ ਦੇ ਮੁੱਖ ਅਧਿਕਾਰੀ ਅਤੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਸ਼ਾਸਕ ਇਕੱਠੇ ਕੀਤੇ ਗਏ ਸਨ। ਜੋ ਇਸ ਦਾ ਅਰਥ ਹੁੰਦਾ ਹੈ ਉਹ ਇਹ ਹੈ ਕਿ ਜਦੋਂ ਨਬੂਕਦਨਜ਼ਰ ਵੱਲੋਂ ਆਪ ਨੂੰ ਕੋਈ ਬੁਲਾਵਾ ਆਵੇ ਤਦ ਆਪ ਆਉਂਦੇ ਹੋ। ਆਪ ਨੂੰ ਤਾਂ ਬਸ ਆਉਣਾ ਹੀ ਪੈਣਾ ਹੈ। ਹਰੇਕ ਜਿਸ ਨੂੰ ਬੁਲਾਇਆ ਗਿਆ ਸੀ ਉਹ ਆਇਆ। ਇਹ ਸਾਥੀਆਂ ਦਾ ਦਬਾਅ ਸਰਬ ਉੱਚ ਰੂਪ ਵਿੱਚ ਸੀ। ਉਹ ਸਾਰੇ ਲੋਕ ਆਏ ਜਿਹੜੇ ਕਿ ਅਸੀਂ ਵੇਖਣ ਜਾ ਰਹੇ ਹਾਂ। ਉਹ ਸਾਰੇ ਉਸ ਦੇ ਅੱਗੇ ਝੁਕੇ ਜੋ ਕੁਝ ਰਾਜੇ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ। ਹੁਣ ਇਹ ਸਾਰਾ ਸਮਰਪਣ ਸਮਾਰੋਹ ਮੈਂ ਇੱਥੇ ਇਹ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅਗਲੇ ਭਾਗ ਵਿੱਚ ਜਾਈਏ, ਇੱਕ ਬਹੁਤ ਹੀ ਰੋਚਕ ਗੱਲ ਕਿ ਉਹ ਦਰਿੰਦਾ ਜਾਂ ਫਿਰ ਉਹ ਤਸਵੀਰ ਅਤੇ ਉਸ ਮੂਰਤ ਦਾ ਜੋ ਅੰਤ ਹੈ 6 ਹੱਥ ਗੁਣਾ 60 ਹੱਥ। ਜਦੋਂ ਆਪ ਪ੍ਰਕਾਸ਼ ਦੀ ਪੋਥੀ ਦੇ 13 ਅਧਿਆਏ ਵਿੱਚ ਆਉਂਦੇ ਹੋ, ਆਪ 18 ਐਤ ਵਿੱਚ ਗੌਰ ਕਰੋ ਜੋ ਕਿ ਇਸ ਅਧਿਆਏ ਦੀ ਆਖਰੀ ਐਤ ਹੈ। ਇੱਥੇ ਆਖਿਆ ਗਿਆ ਹੈ ਕਿ ਮਸੀਹ ਵਿਰੋਧੀ ਦਰਿੰਦੇ ਦਾ ਅੰਗ ਜੋ ਹੈ ਇੱਕ ਮਨੁੱਖ ਦਾ ਅੰਗ ਸੀ ਅਤੇ ਉਹ 666 ਸੀ, ਠੀਕ ਜਿਸ ਤਰ੍ਹਾਂ 6 ਦੇ ਅੰਕ ਵਾਲਾ ਉਹ ਦਰਿੰਦਾ ਅੰਤ ਵਿੱਚ ਦਿਖਾਈ ਦੇਣ ਵਾਲਾ ਦਰਿੰਦਾ ਹੈ। ਇਸ ਤਰ੍ਹਾਂ ਉਹ ਸ਼ੁਰੂ ਵਿੱਚ ਵੀ ਦਿਖਾਈ ਦੇਣ ਵਾਲਾ ਦਰਿੰਦਾ 6 ਅੰਕ ਦਾ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਤੀਸਰੇ ਅਧਿਆਇ ਦੇ ਉੱਤੇ ਗੌਰ ਕਰਾਂਗੇ। ਦਾਨੀਏਲ ਦੀ ਪੁਸਤਕ ਕਾਇਲ ਕੀਤੇ ਜਾਣ ਲਈ ਇੱਕ ਮਹਾਨ ਸਬਕ ਹੈ। ਬੇਸ਼ੱਕ ਇਹ ਦਾਨੀਏਲ ਦੀ ਪੁਸਤਕ ਹੈ, ਪਰ ਇਸ ਅਧਿਆਇ ਦੇ ਵਿੱਚ ਅਸੀਂ ਕਿਤੇ ਵੀ ਉਹਨੂੰ ਨਹੀਂ ਦੇਖਦੇ। ਕੁਝ ਲੋਕ ਕਹਿੰਦੇ ਹਨ ਕਿ ਉਸ ਦਾ ਕਾਰਨ ਇਹ ਹੈ ਕਿ ਉਹ ਰਾਜਾ ਨਬੂਕਦਨੇਸਰ ਦਾ ਪ੍ਰਤੀਨਿਧੀ ਬਣ ਕੇ ਬਾਹਰ ਕਿਸੇ ਕੰਮ ਦੇ ਲਈ ਗਿਆ ਹੋਵੇਗਾ। ਅਸੀਂ ਤੀਸਰੇ ਅਧਿਆਇ ਦੀ ਜਾਂਚ ਕਰਦੇ ਹੋਏ ਵੇਖਿਆ ਕਿ ਦੂਜੇ ਅਤੇ ਤੀਜੇ ਅਧਿਆਇ ਦੇ ਸਮੇਂ ਦੇ ਵਿੱਚ ਬਹੁਤ ਵੱਡਾ ਫਰਕ ਹੈ, ਜੋ ਕਿ ਲਗਭਗ 6 ਤੋਂ 20 ਸਾਲਾਂ ਦਾ ਹੋ ਸਕਦਾ ਹੈ। ਅਸੀਂ ਜਾਣਿਆ ਕਿ ਦਾਨੀਏਲ ਨਬੀ ਨੂੰ ਰਾਜਾ ਨਬੂਕਦਨੇਸਰ ਨੇ
ਉੱਚਾ ਕੀਤਾ। ਉਹਨੂੰ ਬਾਬੁਲ ਦੇ ਸਾਰੇ ਸੂਬੇ ਦੇ ਉੱਤੇ ਹੁਕਮਨਾਮੀ ਦਿੱਤੀ ਅਤੇ ਬਾਬੁਲ ਨੇ ਸਾਰੇ ਗਿਆਨੀਆਂ ਦੇ ਉੱਤੇ ਸਰਦਾਰ ਬਣਾਇਆ। ਦੂਜੇ ਅਧਿਆਇ ਦੇ ਅੰਤ ਵਿੱਚ ਸਾਨੂੰ ਨਬੂਕਦਨੇਸਰ ਦੇ ਵਿੱਚ ਬਦਲਾਵ ਨਜ਼ਰ ਆਂਦਾ ਦਿਖਾਈ ਦਿੰਦਾ ਹੈ। ਇੰਜ ਜਾਪਦਾ ਹੈ ਕਿ ਉਹ ਦਾਨੀਏਲ ਦੇ ਪਰਮੇਸ਼ਰ ਦਾ ਅੰਗੀਕਾਰ ਕਰ ਰਿਹਾ ਹੈ। ਇੰਜ ਜਾਪਦਾ ਹੈ ਕਿ ਉਹ ਪੁਰਾਣੇ ਨੇਮ ਦੇ ਵਚਨਾਂ ਦੇ ਅਨੁਸਾਰ ਮਸੀਹ ਯਿਸੂ ਜੀ ਨੂੰ ਕਬੂਲ ਕਰ ਰਿਹਾ ਹੈ। ਇੰਜ ਜਾਪਦਾ ਹੈ ਕਿ ਉਸ ਦੇ ਜੀਵਨ ਦੇ ਵਿੱਚ ਦਾਨੀਏਲ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ। ਪਰ ਤੀਸਰੇ ਅਧਿਆਇ ਦੇ ਵਿੱਚ ਅਸੀਂ ਵੇਖਿਆ ਕਿ ਨਬੂਕਦਨੇਸਰ ਰਾਜੇ ਨੇ ਇੱਕ ਸੋਨੇ ਦੀ ਮੂਰਤ ਬਣਾਈ ਜੋ ਕਿ 60 ਹੱਥ ਉੱਚੀ ਸੀ। ਉਹਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਸਮਰਪਣ ਸਮਾਰੋਹ ਦੇ ਲਈ ਬੁਲਾਇਆ। ਅਸੀਂ ਜਾਣਿਆ ਕਿ ਨਬੂਕਦਨੇਸਰ ਪਰਾਈ ਕੌਮਾਂ ਦੇ ਸਮਿਆਂ ਦੇ ਆਰੰਭ ਨੂੰ ਦਰਸਾਉਂਦਾ ਹੈ। ਉਹ ਸਾਰੇ ਲੋਕਾਂ ਨੂੰ ਉਸ ਮੂਰਤ ਦੇ ਸਾਹਮਣੇ ਮੱਥਾ ਟੇਕਣ ਦਾ ਹੁਕਮ ਦਿੰਦਾ ਹੈ। ਦੋਸਤੋ, ਇਸ ਅਧਿਐਨ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਮਹਾਨ ਸਾਮਰਥੀ ਪਰਮੇਸ਼ਵਰ, ਦਇਆ ਦੇ ਧਨੀ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਦੇ ਲਈ ਕਿ ਤੁਸੀਂ ਸਾਨੂੰ ਸਿਖਾਇਆ ਕਿ ਪ੍ਰਭੂ ਅਸੀਂ ਕਿਸੇ ਵੀ ਮੂਰਤ ਦੇ ਅੱਗੇ ਆਪਣੇ ਆਪ ਨੂੰ ਨਾ ਝੁਕਾਈਏ। ਪਿਤਾ ਪਰਮੇਸ਼ਰ, ਅੱਜ ਦੇ ਵਚਨ ਦੇ ਵਿੱਚ ਅਸੀਂ ਦੇਖਿਆ ਕਿ ਰਾਜਾ ਨਬੂਕਦਨੇਸਰ ਨੇ ਪ੍ਰਭੂ ਜੀ ਇੱਕ ਸੋਨੇ ਦੀ ਮੂਰਤੀ ਬਣਾਈ ਜੋ ਕਿ ਪਿਤਾ ਪਰਮੇਸ਼ਵਰ ਤੇਰੇ ਦਾਸ ਸ਼ਦਰਕ, ਮੇਸ਼ਕ, ਓਬੇਦਨਗੋ ਦੀ ਖਿਲਾਫ ਇੱਕ ਵੱਡੀ ਸਾਜ਼ਿਸ਼ ਸੀ। ਪ੍ਰਭੂ ਉਹ ਚਾਹੁੰਦੇ ਸੀ ਕਿ ਉਹ ਉਸ ਮੂਰਤੀ ਦੇ ਅੱਗੇ ਆਪਣਾ ਮੱਥਾ ਟੇਕਣ, ਲੇਕਿਨ ਪਿਤਾ ਪਰਮੇਸ਼ਵਰ ਉਹਨਾਂ ਦੇ ਵਿਸ਼ਵਾਸ ਨੇ ਉਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ। ਤੁਸੀਂ ਉਹਨਾਂ ਦੇ ਨਾਲ ਰਹੇ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ। ਪਿਆਰੇ ਪਿਤਾ ਪਰਮੇਸ਼ਵਰ, ਸਮਰਪਣ ਸਮਾਰੋਹ ਦੇ ਦੌਰਾਨ ਪ੍ਰਭੂ ਸਭ ਨੇ ਉਹਨਾਂ ਦੇ ਅੱਗੇ ਮੱਥਾ ਟੇਕਿਆ, ਲੇਕਿਨ ਤੇਰੇ ਲੋਕ ਇਸ ਗੱਲ ਨੂੰ ਜਾਣਦੇ ਸੀ ਕਿ ਪ੍ਰਭੂ ਤੂੰ ਰਾਜਿਆਂ ਦਾ ਰਾਜਾ, ਤੂੰ ਪ੍ਰਭੂਆਂ ਦਾ ਪ੍ਰਭੂ ਹੈ ਔਰ ਤੂੰ ਹੀ ਪਰਮੇਸ਼ਵਰ ਹੈ। ਔਰ ਜਿਸ ਤਰ੍ਹਾਂ ਪ੍ਰਭੂ ਜੀ ਤੁਹਾਡਾ ਵਚਨ ਆਖਦਾ ਕਿ ਤੁਹਾਡੇ ਇਲਾਵਾ ਕਿਸੇ ਹੋਰ ਦੇ ਅੱਗੇ ਮੱਥਾ ਨਾ ਟੇਕਿਆ ਜਾਏ, ਪ੍ਰਭੂ ਇਸ ਗੱਲ ਨੂੰ ਇਹਨਾਂ ਨੇ ਪੂਰਾ ਕੀਤਾ। ਸਾਡੇ ਜੀਵਨ ਦੇ ਵਿੱਚ ਵੀ ਪਿਤਾ ਪਰਮੇਸ਼ਰ ਅੱਜ ਬਹੁਤ ਸਾਰੀ ਮੂਰਤੀਆਂ ਹੋ ਸਕਦੀਆਂ ਜਿਨ੍ਹਾਂ ਦੇ ਅੱਗੇ ਅਸੀਂ ਮੱਥਾ ਟੇਕਦੇ ਹਾਂ, ਜਿਨ੍ਹਾਂ ਦੇ ਅਸੀਂ ਪਿੱਛੇ ਚੱਲਦੇ ਹਾਂ, ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ। ਪਿਤਾ ਪਿਆਰੇ ਪਿਤਾ ਪਰਮੇਸ਼ਰ, ਉਹ ਮੂਰਤੀ ਕੋਈ ਵੀ ਕਿਉਂ ਨਾ ਹੋਏ, ਸਾਨੂੰ ਤੁਹਾਡੇ ਤੋਂ ਦੂਰ ਲੈ ਜਾਂਦੀ ਹੈ ਔਰ ਸਾਨੂੰ ਪ੍ਰਭੂ ਜੀ ਤੁਹਾਡੇ ਕਰੋਧ ਦਾ ਕਾਰਨ ਬਣਾਉਂਦੀ ਹੈ। ਪਿਆਰੇ ਪਿਤਾ ਪਰਮੇਸ਼ਵਰ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਜੀਵਨ ਤੋਂ ਮੂਰਤੀਆਂ ਨਿਕਲ ਜਾਣ ਔਰ ਅਸੀਂ ਪ੍ਰਭੂ ਜੀ ਤੁਹਾਡੇ ਮਰਜ਼ੀ ਦੇ ਅਨੁਸਾਰ ਜੀਵਨ ਜੀ ਸਕੀਏ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।